हाँ जी बेटा लास्ट ਆਪਾਂ ਕਲਾਸ ਦੇ ਵਿੱਚ ਕੁਝ ਟੌਪਿਕਸ ਕੀਤੇ ਸੀਗੇ ਔਰ ਜਿਸ ਦੇ ਵਿੱਚ ਰਿਸਿਪਟ ਐਂਡ ਪੇਮੈਂਟ ਅਕਾਊਂਟ ਟੌਪਿਕ ਸੀਗਾ ਆਪਣਾ ਔਰ ਮੈਂ ਤੁਹਾਨੂੰ ਬੇਟਾ ਘਰ ਤੋਂ ਵੀ ਕੁਐਸਚਨ ਕਰਨ ਲਈ ਦਿੱਤੇ ਸੀਗੇ ਤੁਸੀਂ ਉਹ ਕਰਕੇ ਦੇਖਿਆ ਸਾਰੇ ਸਟੂਡੈਂਟਸ ਨੇ ਕੁਐਸਚਨ ਓਕੇ ਅਗਰ ਬੇਟਾ ਕਿਸੇ ਵੀ ਕੁਐਸਚਨ 'ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ बिना चीज तो तुसी मेरे नाल कांटेक्ट करना है तो मेरे तो पूछनी है प्रॉब्लम ओके कोई भी क्वेश्चन तुसी छड्डना नहीं हैगा बहुत इंपॉर्टेंट चैप्टर है सो ਇਹਦੀ ਜਿਹੜੀ ਥਿਊਰੀ ਹੈ ਬੱਚੇ ਉਹ ਵੀ ਉਨਾ ਹੀ ਮੈਟਰ ਕਰਦੀ ਹੈ ਜਿੰਨਾ ਨੂਮੈਰੀਕਲ ਕਰਦੇ ਨੇ ਥਿਊਰੀ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਐਬਸੋਲੂਟਲੀ in right manner what should we do for preparing each and every account of this topic let's start our next topic so बेटा ये तो सारे ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ receipt and payment account ਹੈ ਨਾ ਉਹ ਉਸਨੂੰ ਕਿੱਦਾਂ ਬਣਾਇਆ ਜਾਂਦਾ ਹੈ ਫਸਟਲੀ ਇਹਦੀ ਰਾਈਟ ਹੈਂਡ ਸਾਈਡ ਤੇ ਆਪਾਂ ਪੇਮੈਂਟਸ ਰਿਕਾਰਡ ਕਰਦੇ ਹਾਂ ਔਰ ਆਪਣੀ ਜੋ ਲੈਫਟ ਹੈਂਡ ਸਾਈਡ ਹੈ ਜਿਹਨੂੰ ਆਪਾਂ ਡੈਬਿਟ ਸਾਈਡ ਵੀ ਬੋਲਦੇ ਹਾਂ ਉਧਰ ਆਪਾਂ ਰਸੀਟਸ ਨੇ ਜੋ ਉਹਨਾਂ ਨੂੰ ਲੈਣੇ ਆ ਠੀਕ ਹੈ ਸੋ ਦਿਸ ਅਕਾਊਂਟ ਇਜ਼ ਸਟਾਰਟਸ ਵਿਦ cash in hand or cash in bank amount or you can say balance brought down amount or also ends with the bank balances ठीक है so we record all the receipts whether it is of capital nature or revenue nature we will record each and every receipt of the organization in receipt side of a receipt and payment account and whereas the payment side we record all the payment ठीक है सो ਇਹ ਜੋ ਚੀਜ਼ਾਂ ਨੇ ਇਹਨਾਂ ਨੂੰ ਧਿਆਨ ਚ ਰੱਖਣਾ ਹਮੇਸ਼ਾ ਸੋ ਬੱਚੇ ਇਸ ਤੋਂ ਆਪਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਹੈ ਜਿਹੜਾ ਉਹ ਕਿਵੇਂ ਪ੍ਰਿਪੇਅਰ ਕਰਨਾ ਹੈ ਬੇਟਾ ਫੰਡ ਬੇਸਡ ਅਕਾਊਂਟਿੰਗ ਆਪਾਂ ਕਰ ਚੁੱਕੇ ਹਾਂ ਦੇਖੋ ਫੰਡ ਬੇਸਡ ਦੇ ਤੁਹਾਨੂੰ ਕੁਐਸਚਨ ਵੀ ਕਾਫੀ ਸਾਰੇ ਮੈਂ ਕਰਵਾਤੇ ਸੀ ਕਲਾਸ ਦੇ ਵਿੱਚ ਔਰ ਘਰ ਤੋਂ ਵੀ ਦੱਸੇ ਸੀ ਅਗਰ ਕੋਈ ਉਹਨਾਂ 'ਚ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨਾਲ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ ਮੈਨੂੰ ਸੈਂਡ ਕਰ ਸਕਦੇ ਹੋ ਤੁਸੀਂ ਕੁਐਸਚਨ ਤੇ ਮੈਂ ਉਹਦਾ ਸੋਲੂਸ਼ਨ ਤੁਹਾਨੂੰ ਨਾਲ ਦੀ ਨਾਲ ਪ੍ਰੋਵਾਈਡ ਕਰਵਾ ਦਾਂਗੀ ਠੀਕ ਹੈ so today we will start with our next topic how to prepare an income and expenditure account from receipt and payment account so income and expenditure account ਕਿੱਦਾਂ prepare ਕਰਾਂਗੇ ਆਪਾਂ receipt and payment account ਦੇ तो ठीक है ना बेटा if you have any problem you can raise your hand and tell me about your any issue okay so बेटा साडे कोल क्वेश्चन है जो इस दे विच एक रिसिप्ट एंड पेमेंट अकाउंट दी स्टेटमेंट गिवन है रिसिप्ट एंड पेमेंट अकाउंट फॉर द ईयर एंडिंग March 31st 2014 debits and credit both are the sides on the debit side we will put our receipts on the credit side there are the payments will be recorded so beta ਜਦੋਂ ਆਪਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਾਉਣਾ ਹੈ ਤਾਂ ਉਹਦਾ ਬਿਲਕੁਲ ਡਿਫਰੈਂਟ ਜੋ ਹੈ ਸਟਰਕਚਰ ਹੋਏਗਾ ਡੈਬਿਟ ਸਾਈਡ ਆਪਾਂ ਐਕਸਪੈਂਡੀਚਰਸ ਨੋਟ ਕਰਾਂਗੇ ਔਰ ਕ੍ਰੈਡਿਟ ਸਾਈਡ ਜੋ ਹੈਗੀ ਹੈ ਇਨਕਮ ਸੈਕੰਡਲੀ ਇਸ ਦੇ ਵਿੱਚ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਆਪਾਂ ਸਿਰਫ ਤੇ ਸਿਰਫ ਰੈਵਨਿਊ ਨੇਚਰ ਦੀਆਂ ਜੋ ਆਈਟਮਸ ਨੇ ਉਹ ਹੀ ਲੈ ਕੇ ਆਵਾਂਗੇ ਜਿੱਦਾਂ ਮੈਂ ਪਹਿਲਾਂ ਕਿਹਾ ਨਾ ਕਿ ਰਿਸੀਟ ਐਂਡ ਪੇਮੈਂਟ ਅਕਾਊਂਟ ਹੈ ਜਿਹੜਾ ਉਸਦੇ ਰਸੀਟਸ ਸਾਈਡ ਦੇ ਉੱਪਰ ਆਪਾਂ ਹਰ ਇੱਕ ਰਸੀਟ ਹੈ ਜੋ ਰਿਸੀਵ ਹੋਈ ਹੈ ਡਿਊਰਿੰਗ ਦਾ ਈਅਰ ਆਪਾਂ ਉਹਨੂੰ ਰਾਈਟ ਕਰ ਦਾਂਗੇ ਰਿਕਾਰਡ ਕਰ ਦਾਂਗੇ ਔਰ ਜੋ ਪੇਮੈਂਟ ਸਾਈਡ ਹੈ ਕਿਸੇ ਵੀ ਤਰੀਕੇ ਦੀ ਪੇਮੈਂਟ ਹੈ ਠੀਕ ਹੈ ਉਹ ਕੀਤੀ ਹੈ ਤੁਸੀਂ ਨੇ ਵਿਦਿਨ ਦਾ ਈਅਰ ਤਾਂ ਉਹਨੂੰ ਤੁਸੀਂ ਪੇਮੈਂਟ ਸਾਈਡ ਰਿਕਾਰਡ ਕੀਤਾ ਹੋਇਆ ਕਹਿਣ ਦਾ ਮਤਲਬ ਕਿ ਰਿਸੀਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਆਈਟਮਸ ਦੀ ਨੇਚਰ ਦਾ ਕੋਈ ਮੈਟਰ ਨਹੀਂ ਹੈ ਆਪਾਂ ਜਦੋਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਾਵਾਂਗੇ ਤਾਂ ਉਹਦੇ ਵਿੱਚ ਜੋ ਇਨਕਮ ਔਰ ਐਕਸਪੈਂਡੀਚਰਸ ਨੇ ਉਹ ਰੈਵਨਿਊ ਨੇਚਰ ਦੇ ਨੇ ਜਿਹੜੇ ਆਪਾਂ ਸਿਲੈਕਟ ਕਰਨੇ ਨੇ ਅਪਾਰਟ ਫਰੋਮ ਦਿਸ ਐਨੀਥਿੰਗ ਵੀ ਵਿਲ ਰਿਕਾਰਡ ਇਨ ਦਾ ਬੈਲੈਂਸ ਸ਼ੀਟ ਓਕੇ ਸੋ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਹੈ ਬੇਟਾ ਜਿਹੜਾ
ਉਹਦੀ ਆਪਾਂ ਐਕਸਪੈਂਡੀਚਰ ਸਾਈਡ ਤੇ ਸਾਰੀਆਂ ਆਈਟਮਸ ਨੋਟ ਕਰਾਂਗੇ। ਫਸਟ ਆਫ ਆਲ ਸੈਲਰੀ, ਰੈਂਟ, ਇਲੈਕਟ੍ਰਿਸਿਟੀ, ਟੈਕਸਿਸ, ਪ੍ਰਿੰਟਿੰਗ ਐਂਡ ਸਟੇਸ਼ਨਰੀ, ਸਨਰੀ ਐਕਸਪੈਂਸਿਸ। ਠੀਕ ਹੈ, ਸੋ ਇਹ ਨੇ ਜਿਹੜੀਆਂ ਚੀਜ਼ਾਂ ਇਹ ਸਾਰੀਆਂ ਰੈਵਨਿਊ ਨੇਚਰ ਦੀਆਂ ਨੇ। ਇਸ ਤੋਂ ਬਾਅਦ ਵਾਲੀਆਂ ਜਿੱਦਾਂ ਬੁੱਕਸ ਪਰਚੇਸਡ ਹੋ ਗਈਆਂ 7500 ਦਾ, ਤਾਂ ਉਹ ਇੱਕ ਸਟਾਕ ਹੈ। ਠੀਕ ਹੈ, ਉਹ ਇਹਦਾ ਪਾਰਟ ਨਹੀਂ ਹੈਗਾ। ਸੋ ਉਸ ਤੋਂ ਬਾਅਦ ਹੈ ਗਵਰਨਮੈਂਟ ਬੌਂਡਸ ਪਰਚੇਸਡ, ਇਹ ਵੀ ਬੱਚੇ ਲੌਂਗ ਟਰਮ ਨਾਲ ਰਿਲੇਟਡ ਹੈਗੀ ਚੀਜ਼, ਇੱਥੇ ਆਪਾਂ ਨਹੀਂ ਲੈ ਸਕਦੇ। ਫਿਕਸਡ ਡਿਪੋਜ਼ਿਟ ਇਜ਼ ਆਲਸੋ ਅ ਪਾਰਟ ਆਫ ਐਸਿਡ। ठीक है, बैंक और कैश इन हैंड is also the part of our asset. ठीक है, we will record them in the balance sheet. The next side is income side. So beta ਇੱਥੇ ਸਾਨੂੰ ਸਿੰਪਲੀ ਸਬਸਕ੍ਰਿਪਸ਼ਨ ਦਾ ਕੋਈ ਟ੍ਰੀਟਮੈਂਟ ਨਹੀਂ, ਕਿਉਂਕਿ ਹਲੇ ਬੇਸਿਕ ਕੁਐਸਚਨ ਹੈ, ਤਾਂ ਇੱਥੇ ਸਿੰਪਲੀ ਆਪਾਂ ਸਬਸਕ੍ਰਿਪਸ਼ਨ ਨੂੰ ਰਿਕਾਰਡ ਕਰਾਂਗੇ, ਐਂਟਰੈਂਸ ਫੀਸ ਐਡ ਕਰਾਂਗੇ, ਕਿਉਂਕਿ ਇਹ ਵੀ ਕੀ ਹੈ ਕੋਈ ਸ਼ਾਰਟ ਟਰਮ ਜੋ ਐਂਟਰੈਂਸ ਫੀਸ ਹੈ ਬੇਟਾ, ਉਹਨੂੰ ਆਪਾਂ ਰੈਵਨਿਊ ਨੇਚਰ ਦੀ ਮੰਨਦੇ ਹਾਂ ਜਦੋਂ ਉਹ ਘੱਟ ਅਮਾਊਂਟ ਹੋਵੇ। ਡੋਨੇਸ਼ਨਸ ਆ ਗਏ, ਰੈਂਟ ਫॉर ਹਾਲ ਆ ਗਿਆ। ਸੇਲ ਆਫ ਇਨਵੈਸਟਮੈਂਟ ਇਜ਼ ਨਾਟ ਅ ਪਾਰਟ ਆਫ ਇਨਕਮ ਆਫ ਰੈਵਨਿਊ ਨੇਚਰ। ਠੀਕ ਹੈ, ਇਨਵੈਸਟਮੈਂਟਸ ਜੋ ਹੁੰਦੀਆਂ ਨੇ ਬੇਟਾ ਉਹ ਲੌਂਗ ਟਰਮ ਨਾਲ ਹੁੰਦੀਆਂ ਨੇ ਔਰ ਮੋਰ ਦੈਨ ਵਨ ਅਕਾਊਂਟਿੰਗ ਈਅਰ, ਸੋ ਉਹਨਾਂ ਨੂੰ ਆਪਾਂ ਇੱਥੇ ਰਿਕਾਰਡ ਨਹੀਂ ਕਰਾਂਗੇ। ਸੋ ਬੇਟਾ ਬੋਥ ਸਾਈਡ ਦਾ ਜਿਹੜਾ ਹੈਗਾ ਆਪਾਂ ਟੋਟਲ ਕੀਤਾ, ਟੋਟਲ ਕਰਨ ਤੋਂ ਬਾਅਦ ਸਾਡੇ ਕੋਲ ਜਿਹੜੀ ਇਨਕਮ ਸਾਈਡ ਆ ਉਹ ਇਨਕਰੀਜ਼ ਹੋ ਰਹੀ ਹੈ। ਸੋ ਐਕਸਪੈਂਡੀਚਰ ਸਾਈਡ ਜੋ ਹੈ ਉਹ ਡਿਕਰੀਜ਼ ਹੋ ਰਹੀ ਹੈ। ਤਾਂ ਕੀ ਆਪਾਂ ਉੱਥੇ ਹੁਣ ਨੋਟ ਕਰਨਾ ਹੈ, ਸਰਪਲਸ ਬ੍ਰੈਕਟ ਦੇ ਵਿੱਚ ਲਿਖਣਾ ਜ਼ਰੂਰੀ ਹੈ, ਐਕਸੈਸ ਆਫ ਇਨਕਮ ਓਵਰ ਐਕਸਪੈਂਡੀਚਰ। ਜੋ ਸਾਡੀ ਇਨਕਮ ਹੈ ਉਹ ਐਕਸਪੈਂਡੀਚਰ ਤੋਂ ਕੀ ਹੈ, ਜ਼ਿਆਦਾ ਹੈ। ਠੀਕ ਹੈ ਜੀ, ਸੋ ਇਹਦਾ ਬੇਟਾ ਹੈਡਿੰਗ ਲਿਖਣਾ ਬਹੁਤ ਕੰਪਲਸਰੀ ਹੁੰਦਾ। ਕੋਈ ਵੀ ਕੁਐਸਚਨ ਤੁਸੀਂ ਕਰ ਰਹੇ ਹੋ, ਨੂਮੈਰੀਕਲ ਕਰ ਰਹੇ ਹੋ ਨਾ, ਅਕਾਊਂਟ ਬਣਾ ਰਹੇ ਹੋ ਕਿਸੇ ਵੀ ਤਰੀਕੇ ਦਾ, ਅਗਰ ਕੁਐਸਚਨ ਦੇ ਵਿੱਚ ਕੋਈ ਵੀ ਕੰਪਨੀ ਦਾ ਨਾਮ ਜਾਂ ਕੁਝ ਵੀ ਗਿਵਨ ਹੈ, ਉਹਨੂੰ ਤੁਸੀਂ ਬਣਾ ਕੇ ਹੀ ਉਸ ਤੋਂ ਬਾਅਦ ਨੈਕਸਟ ਹੈ ਜੋ ਆਪਣਾ ਕੁਐਸਚਨ ਸਟਾਰਟ ਕਰਨਾ ਹੈ। ਬਾਕੀ ਪ੍ਰੋਸੀਜਰ ਬਾਅਦ ਚ ਕਰਨਾ ਹੈ। ਹੈਡਿੰਗ ਇਜ਼ ਮਸਟ। ਠੀਕ ਹੈ ਬੇਟਾ, ਇਹ ਕਲੀਅਰ ਹੋ ਗਿਆ ਬੱਚੇ ਸਭ ਨੂੰ? ਪਲੀਜ਼ ਥੰਬਸ ਅਪ ਕਰ ਦਿਓ ਜੇ ਤੁਹਾਨੂੰ ਇਹ ਇੰਨਾ ਪਤਾ ਚੱਲ ਗਿਆ ਕਿ ਆਪਾਂ ਕਿਹੜੀ ਕਿਹੜੀ ਆਈਟਮਸ ਨੇ ਇਹਦੇ ਵਿੱਚ ਲਈਆਂ ਨੇ, ਐਕਸਪੈਂਡੀਚਰ ਚ ਕੀ ਪਾਇਆ ਔਰ ਇਨਕਮ ਚ ਕੀ ਪਾਇਆ। Here we have a question of from the following receipt and payment account for the year ending 31st March. From the following receipt and payment account for the year ending 31st March 31st 2015 of Negi's Club, prepare income and expenditure account for the same period। देखो बेटा जो receipt and payment account ਹੈ ਨਾ, ਉਹ ਕਦੇ ਵੀ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਲਾਸਟ ਈਅਰ ਦੀ ਔਰ ਐਡਵਾਂਸ ਈਅਰ ਦੀ, ਉਹ ਸਾਰੀ ਕੀ ਕਰਦਾ ਐਡੀਸ਼ਨਲ ਇਨਫੋਰਮੇਸ਼ਨ ਚ ਸ਼ੋ ਕਰੇਗਾ, ਕਿਉਂਕਿ ਉਹਦੇ ਵਿੱਚ ਜੋ ਵੀ ਹੈ receipt and payment ਦਾ ਜੋ ਸਿਸਟਮ ਹੁੰਦਾ ਹੈ ਉਹ ਕੀ ਹੈ, ਬਿਲਕੁਲ ਡਿਫਰੈਂਟ ਹੁੰਦਾ ਹੈ। ਇਸ ਕੈਪੀਟਲ ਤੇ ਰੈਵਨਿਊ ਨੇਚਰ ਦੀਆਂ ਸਾਰੀਆਂ
ਆਈਟਮਸ ਨੇ ਜੋ ਜਿਹੜੀਆਂ ਉਹ ਕੀ ਕਰ ਲੈਂਦਾ ਰਾਈਟ ਕਰ ਲੈਂਦਾ ਹੈ, ਬਟ ਜੋ ਹੁਣ ਲਾਸਟ ਈਅਰ ਦੀਆਂ ਪੈਂਡਿੰਗ ਰਹਿ ਗਈਆਂ ਇਸ ਕੁਐਸਚਨ ਦੇ ਵਿੱਚ ਜੋ ਵੀ ਸਾਡੀ ਇਨਫੋਰਮੇਸ਼ਨ ਹੈ ਜੋ ਲਾਸਟ ਈਅਰ ਦੇ ਨਾਲ ਰਿਲੇਟਡ ਹੈ ਜਾਂ ਫਿਰ ਆਉਣ ਵਾਲੇ ਟਾਈਮ ਦੇ ਨਾਲ ਰਿਲੇਟਡ ਹੈ, ਉਹ ਸਾਰੀ ਬੇਟਾ ਆਪਾਂ ਨੂੰ ਇਹਨਾਂ ਨੇ ਐਡੀਸ਼ਨਲ ਇਨਫੋਰਮੇਸ਼ਨ ਦੇ ਵਿੱਚ ਦੇ ਰੱਖੀ ਹੈ, ਤਾਂ ਆਪਾਂ ਉੱਥੋਂ ਇਹਨੂੰ ਜਿਹੜਾ ਹੈਗਾ ਪੜ੍ਹ ਕੇ ਆਪਣਾ ਕੁਐਸਚਨ ਹੈ ਜੋ ਸੋਲਵ ਕਰਨਾ ਹੈ। ਸੋ ਬੇਟਾ ਇਹ ਕੁਐਸਚਨ ਨੂੰ ਦੇਖੋ ਇਹਨਾਂ ਨੇ ਬਿਲਕੁਲ ਰੋਂਗਲੀ ਪ੍ਰੈਜ਼ੈਂਟ ਕੀਤਾ ਹੋਇਆ। ਰਸੀਟ ਸਾਈਡ ਹੈ ਜਿਹੜੀ ਉੱਥੇ ਐਕਸਪੈਂਡੀਚਰ ਲਿਖ ਰੱਖਿਆ ਔਰ ਪੇਮੈਂਟ ਸਾਈਡ ਤੇ ਇਨਕਮ ਲਿਖ ਰੱਖਿਆ, ਇਹਨੂੰ ਤੁਸੀਂ ਕੰਸੀਡਰ ਨਹੀਂ ਕਰਨਾ। ਤੁਸੀਂ ਡੈਬਿਟ ਸਾਈਡ ਰਸੀਟ ਸਾਈਡ ਹੁੰਦੀ ਹੈ ਹਮੇਸ਼ਾ, ਤੇ ਕ੍ਰੈਡਿਟ ਸਾਈਡ ਇਹਦੀ ਪੇਮੈਂਟ ਸਾਈਡ ਹੁੰਦੀ ਹੈ, ਠੀਕ ਹੈ। ਔਰ ਨੈਕਸਟ ਇਜ਼ ਸੋ ਬੇਟਾ ਇਸ ਦਾ ਬੈਂਕ ਬੈਲੈਂਸ ਦੇ ਰੱਖਿਆ ਆਪਾਂ ਨੂੰ, ਸਬਸਕ੍ਰਿਪਸ਼ਨ ਦੇ ਰੱਖੀ ਹੈ 3 ਇਅਰਸ ਦੀ, ਠੀਕ ਹੈ। ਜੋ 3 ਇਅਰ ਦੀ ਸਬਸਕ੍ਰਿਪਸ਼ਨ ਹੈ ਇਸ ਦੇ ਵਿੱਚ ਜਿਹੜਾ ਹੈਗਾ 2014 15 ਐਂਡ 16 ਦੀ ਜਿਹੜੀ ਹੈਗੀ ਆਪਣੀ ਸਬਸਕ੍ਰਿਪਸ਼ਨ ਗਿਵਨ ਹੈਗੀ। ਉਸ ਤੋਂ ਬਾਅਦ ਡੋਨੇਸ਼ਨ ਜੋ ਵੀ ਆਪਾਂ ਰਿਸੀਵ ਕੀਤਾ ਡਿਊਰਿੰਗ ਦਾ ਈਅਰ, ਉਹ ਸਾਰੀਆਂ ਚੀਜ਼ਾਂ ਇੱਥੇ ਗਿਵਨ ਨੇਗੀਆਂ ਡੈਬਿਟ ਸਾਈਡ ਦੇ ਉੱਪਰ। ਔਰ ਕ੍ਰੈਡਿਟ ਸਾਈਡ ਦੇ ਉੱਪਰ ਕੀ ਲਿਖ ਰੱਖਿਆ ਦੇਖੋ, ਪਰਚੇਜ਼ ਆਫ ਫਰਨੀਚਰ, ਸੈਲਰੀਜ਼, ਟੈਲੀਫੋਨ ਐਕਸਪੈਂਸਿਸ ਵਗੈਰਾ, ਜੋ ਸਾਰੇ ਐਕਸਪੈਂਸਿਸ ਨੇਗੇ ਜਿੱਥੇ ਵੀ ਹੋਏ ਨੇ, ਬੇਸ਼ੱਕ ਉਹ ਕੈਪੀਟਲ ਨੇ, ਬੇਸ਼ੱਕ ਰੈਵਨਿਊ ਨੇਚਰ ਦੇ ਨੇ, ਠੀਕ ਹੈ ਬੇਟਾ। ਸੋ ਸਭ ਤੋਂ ਪਹਿਲਾਂ ਆਪਾਂ ਸੋਲਿਊਸ਼ਨ ਦੇ ਵਿੱਚ ਦੇਖਾਂਗੇ ਬੁੱਕਸ ਆਫ ਨੇਗੀਜ਼ ਕਲੱਬ ਇਨਕਮ ਐਕਸਪੈਂਡੀਚਰ ਅਕਾਊਂਟ, income expenditure account for the year ending 31/3/2015, ਯਾਨੀ ਕਿ 31 ਮਾਰਚ 2015 ਦਾ ਜਿਹੜਾ ਹੈਗਾ ਆਪਾਂ ਬਣਾ ਰਹੇ ਹਾਂ ਬੱਚੇ। ਇਸ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ, ਸਭ ਤੋਂ ਪਹਿਲਾਂ ਐਕਸਪੈਂਸਿਸ ਕੀ ਹੁੰਦਾ ਹੈ, ਰੈਵਨਿਊ ਨੇਚਰ ਦਾ ਸੈਲਰੀਜ਼ ਨੇ। ਸੈਲਰੀਜ਼ ਨੂੰ ਆਪਾਂ ਨੋਟ ਕੀਤਾ ਅਮਾਊਂਟ ਤੋਂ ਬਾਹਰ ਕਾਲਮ ਦੇ ਵਿੱਚ। ਫਿਰ ਆਪਾਂ ਚੈੱਕ ਪਹਿਲਾਂ ਸੈਲਰੀਜ਼ ਦੇ ਰਿਲੇਟਡ ਦੇਖਣਾ ਬੇਟਾ ਕਿ ਐਡੀਸ਼ਨਲ ਇਨਫੋਰਮੇਸ਼ਨ ਹੈਗੀ ਹੈ ਕੋਈ, ਡੈਫੀਨੇਟਲੀ ਹੈਗੀ ਹੈ, ਤਾਂ ਆਪਾਂ ਉਸ ਤਰੀਕੇ ਨਾਲ ਉਹਨੂੰ ਕੀ ਕਰਾਂਗੇ, ਰਿਕਾਰਡ ਕਰਾਂਗੇ। ਹੁਣ ਕੀ ਹੈ, ਸੈਲਰੀਜ਼ ਆਊਟਸਟੈਂਡਿੰਗ, ਕਹਿਣ ਦਾ ਮਤਲਬ ਕਿ ਸੈਲਰੀਜ਼ ਨੇ ਜਿਹੜੀਆਂ 1500 ਦੀਆਂ, ਇਹ ਹਲੇ ਪੈਂਡਿੰਗ ਪਈਆਂ ਨੇ, ਇਹ ਆਣਗੀਆਂ, ਠੀਕ ਹੈ। ਸੈਲਰੀਜ਼ ਐਡ ਆਊਟਸਟੈਂਡਿੰਗ ਦੋਨੋਂ ਨੂੰ ਐਡ ਕਰਤਾ, 3500 ਦੀ ਸੈਲਰੀਜ਼। ਹੋਰ ਬਾਕੀ ਹੈਗੀ ਆ ਜਿਹੜੀ ਟੈਲੀਫੋਨ ਐਕਸਪੈਂਸਿਸ, ਇਲੈਕਟ੍ਰਿਸਿਟੀ ਚਾਰजेस, ਪੋਸਟੇਜ, ਇਹ ਸਾਰੇ ਐਕਸਪੈਂਸਿਸ ਨੇ ਜਿਹੜੇ ਇਹ ਸਿੰਗਲ ਨੇਗੇ, ਤੇ ਇਹਨਾਂ ਨੂੰ ਉਦਾਂ ਹੀ ਆਪਾਂ ਕੀ ਕਰਨਾ ਹੈ, ਆਪਣੀ ਡੈਬਿਟ ਸਾਈਡ ਐਕਸਪੈਂਡੀਚਰ ਸਾਈਡ ਦੇ ਵਿੱਚ ਆਪਾਂ ਇਹਨਾਂ ਨੂੰ ਰਿਕਾਰਡ ਕਰ ਲਵਾਂਗੇ। ਇਸ ਤੋਂ ਬਾਅਦ ਜੋ ਹੈ ਬੇਟਾ ਆਪਣੇ ਕੋਲੇ 1 ਮਿੰਟ। ਇਸ ਤੋਂ ਬਾਅਦ ਆਪਣੇ ਕੋਲ ਐਂਟਰਟੇਨ ਐਕਸਪੈਂਸਿਸ ਵੀ ਪਏ ਨੇਗੇ, ਠੀਕ ਹੈ, ਉਹਨਾਂ ਨੂੰ ਵੀ ਆਪਾਂ ਲੈ ਕੇ ਆਵਾਂਗੇ। ਜਿਹੜੇ ਐਡੀਸ਼ਨਲ ਇਨਫੋਰਮੇਸ਼ਨ ਤੇ ਬੈਂਕ ਇੰਟਰਸਟ ਪਿਆ ਹੈ, ਸਬਸਕ੍ਰਿਪਸ਼ਨ ਪਈ ਹੈ, ਐਂਟਰੈਂਸ ਫੀਸ ਪਈ ਹੈ, ਓਕੇ, ਠੀਕ ਹੈ ਜੀ। ਸੋ ਆਪਾਂ ਸਭ ਤੋਂ ਹੁਣ ਇੱਕ ਵਾਰੀ ਐਕਸਪੈਂਡੀਚਰ ਸਾਈਡ ਨੂੰ ਆਪਾਂ ਕੰਪਲੀਟ ਕਰ ਲੈਂਦੇ ਹਾਂ। ਐਂਟਰਟੇਨਮੈਂਟ ਐਕਸਪੈਂਸਿਸ ਆਪਾਂ ਨੂੰ ਕੁਐਸਚਨ ਚ ਗਿਵਨ ਨੇ ਕਿ 900 ਔਰ ਐਡੀਸ਼ਨਲ ਇਨਫੋਰਮੇਸ਼ਨ ਚ ਜੋ ਹੈ 500। ਸੋ ਯਾਨੀ ਕਿ ਜਦੋਂ ਆਊਟਸਟੈਂਡਿੰਗ ਕੋਈ ਵੀ ਐਕਸਪੈਂਸ ਹੈ ਬੇਟਾ, ਤਾਂ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏਗਾ, ਆਪਾਂ ਨੂੰ ਕਰਨਾ ਹੀ ਪਏਗਾ। ਆਉਣ ਵਾਲੇ ਪੇਮੈਂਟ ਆਉਣ ਵਾਲੇ ਟਾਈਮ ਦੇ ਵਿੱਚ ਕਰਨੀ ਹੀ ਪਏਗੀ। ਤਾਂ ਅੱਗੇ ਕੀ ਹੈ, ਉਸ ਤੋਂ ਬਾਅਦ ਹੈਗਾ ਆਪਣੇ ਕੋਲੇ miscellaneous expenses 600, depreciation on furniture 375, ਠੀਕ ਹੈ ਜੀ। ਹੁਣ ਇਹ ਡੈਪਰੀਸ਼ੀਏਸ਼ਨ ਹੈ ਜਿਹੜੀ ਆਪਾਂ ਇਹ ਕਿੱਦਾਂ ਕਰਾਂਗੇ ਬੱਚੇ, ਡੈਪਰੀਸ਼ੀਏਸ਼ਨ ਹੈਗੀ ਹੈ ਸਾਡੇ ਕੋਲੇ ਆਲਰੇਡੀ ਦੇ ਰੱਖਿਆ ਕਿ ਪਰਚੇਜ਼ ਆਫ 5%, ਸੌਰੀ ਕਿਸ ਚੀਜ਼ ਤੇ ਸੀਗੀ ਡੈਪਰੀਸ਼ੀਏਸ਼ਨ, ਆਪਣੀ ਫਰਨੀਚਰ ਤੇ। ਹੁਣ ਜਦੋਂ ਫਰਨੀਚਰ ਆਪਾਂ ਨੇ 5000 ਦਾ ਪਰਚੇਜ਼ ਕੀਤਾ, ਠੀਕ ਹੈ ਨਾ, ਉਹ ਖਰੀਦਿਆ ਹੋਇਆ ਆਪਾਂ ਨੇ 7/14 ਨੂੰ, ਤਾਂ ਦੇਖੋ 31 ਮਾਰਚ 2015 ਤੱਕ ਕਿੰਨੇ ਮੰਥ ਬਣਦੇ ਆ, ਤਾਂ ਫਿਰ ਉਸ ਹਿਸਾਬ ਨਾਲ ਆਪਾਂ 10% ਹੈ ਜਿਹੜੀ ਡੈਪਰੀਸ਼ੀਏਸ਼ਨ ਲਗਾ ਦੇਵਾਂਗੇ, ਠੀਕ ਹੈ। ਸਬਸਕ੍ਰਿਪਸ਼ਨ ਆ ਗਈ ਬੇਟਾ 10400 ਦੀ। ਹੁਣ ਸਬਸਕ੍ਰਿਪਸ਼ਨ ਹੈ ਜਿਹੜੀ, ਉਹ ਇਹਨਾਂ ਨੇ ਕਿਹਾ ਕਿ ਆਪਣੇ ਕੋਲ ਜਿਹੜੀ ਕੁਐਸਚਨ ਦੇ ਵਿੱਚ ਗਿਵਨ ਹੈ ਸਬਸਕ੍ਰਿਪਸ਼ਨ, ਉਹ 10000 ਦੀ ਹੈ, ਠੀਕ ਹੈ, 2015 ਨਾਲ ਰਿਲੇਟਡ। ਹੁਣ ਸਿਰਫ ਹੋਰ ਕੋਈ ਇਹਦੇ ਬਾਰੇ ਚੀਜ਼ ਨਹੀਂ ਹੈਗੀ, ਸਿਰਫ ਕੀ ਲਿਖਿਆ ਹੋਇਆ ਹੈ ਕਿ ਸਬਸਕ੍ਰਿਪਸ਼ਨ ਅਕਰੂਡ 400। ਤਾਂ ਇਹਦਾ ਮਤਲਬ ਕੀ ਹੈ ਬੇਟਾ ਕਿ 400 ਰੁਪਇਆ ਜਿਹੜਾ ਸਬਸਕ੍ਰਿਪਸ਼ਨ ਦਾ, ਉਹ 400 ਰੁਪੀਜ਼ ਦੀ ਜਿਹੜੀ ਸਬਸਕ੍ਰਿਪਸ਼ਨ ਹੈ ਬੇਟਾ, ਉਹ ਕੀ ਹੈ, ਪੈਂਡਿੰਗ ਪਈ ਹੈ, ਤਾਂ ਉਹ ਆਪਾਂ ਐਡ ਕਰਕੇ ਲਿਖ ਦਾਂਗੇ, ਠੀਕ ਹੈ ਜੀ। ਡੋਨੇਸ਼ਨ ਆ ਗਿਆ। ਐਂਟਰੈਂਸ ਫੀਸ ਦੇ ਬਾਰੇ ਚ ਇਹਨਾਂ ਨੇ ਕਿਹਾ ਹੋਇਆ ਦੇਖੋ
एंट्रेंस फीस हैगी सीगी 1000 दी। उस तो बाद इन्होंने कहा है 50% ऑफ एंट्रेंस फीस। ठीक है बेटा, 50% ऑफ एंट्रेंस फीस इज ऑब्टेन्ड कैपिटल। ਇਹਦਾ मतलब की है कि 50% ਜਿਹੜੀ एंट्रेंस फीस है ਉਹ कैपिटल है, यानी कि 1000 ਦੇ ਵਿੱਚੋਂ 50% ਕਿੰਨਾ 500। ਤਾਂ ਆਪਾਂ ਸਿਰਫ ਰੈਵਨਿਊ ਨੇਚਰ ਦੀ ਆਈਟਮ ਇਹਦੇ ਵਿੱਚ ਪਾਵਾਂਗੇ ਜਿਹੜੀ ਕਿ ਕਿੰਨੇ ਦੀ ਹੋਏਗੀ 500 ਦੀ। ਉਸ ਤੋਂ ਬਾਅਦ ਬੇਟਾ ਬੈਂਕ ਇੰਟਰਸਟ ਹੈ ਉਹ ਕਿੰਨੇ ਦਾ ਹੈਗਾ ਮੈਡਮ ਸਰ। बेटा उस तो बाद जो है साडे कोले बैंक इंटरस्ट रेट। ठीक है, बैंक का इंटरस्ट है जो 1 मिनट, इंटरस्ट ऑन डिपॉजिट 450 है और ठीक है 450 है। आउटस्टैंडिंग, हाँ जी, आउटस्टैंडिंग जी अमाउंट है वो साढ़े को 150 है। बैंक रेट सॉरी बैंक इंटरस्ट रिसीवेबल 450 प्लस 150, सो कुल मिला के 600 की जी पेमेंट आप करनी है। इस करके सॉरी अपने कोल आएगी, पेमेंट नहीं है ये इनकम है। ठीक है, सो इंटरस्ट ऑन इन्वेस्टमेंट ऑब्वियस है बच्चे, जो इन्वेस्टमेंट की है तो वो कोई ना कोई इंटरस्ट तो आएगा ही। तो 200 है जी अमाउंट है जी इंटरस्ट की बन जाएगी। रेंट हॉल का जो रेंट है 300 बनेगा। ठीक है बेटा, सो दोनों साइडों आप टोटल किया, टोटल करके जी अपने को फिर जी हैगी है अपनी क्रेडिट साइड है जो प्रोसीड कर रही है अगे जा रही है कि तो डेबिट साइड तो, यानी कि सरप्लस है जो अपने को आएगा। तो फिर आप लिखांगे एक्सैस ऑफ इनकम ओवर एक्सपेंडिचर, एक्सैस ऑफ इनकम ओवर एक्सपेंडिचर। ठीक है बेटा, इतने तक क्लीयर हो गया सबनों? प्लीज थम्स अप कर दो। ओके बेटा, सो ਜਿਹੜਾ ਇਹ ਆਪਣਾ ਟੌਪਿਕ ਹੈ ਇਹਦੇ ਵਿੱਚ ਇਨਕਮ ਐਂਡ ਐਕਸਪੈਂਡੀਚਰ ਦੀ ਆਪਾਂ ਗੱਲ ਕਰਦੇ ਹਾਂ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇਹਦੀ ਬਣਦੀ ਆਪਾਂ बैलेंस शीट बनावांगे। ठीक है, ਜਿਹੜੀ बैलेंस शीट है बेटा ਉਹਦਾ ਕੀ सिस्टम है, ਇਹ बैलेंस शीट ना प्रॉफिट ऑर्गेनाइजेशन ਦੀ ਤਰ੍ਹਾਂ ਨਹੀਂ ਬਣੇਗੀ। ਇਹ ਜਿਹੜੀ बैलेंस शीट ਹੁੰਦੀ ਹੈ ਇਹ कैपिटल फंड ਦੇ ਨਾਲ ਆਪਾਂ स्टार्ट ਕਰਦੇ ਹਾਂ। ਮੋਸਟਲੀ ਜਿਹੜੀ ਆਪਾਂ ਕਿਸੇ ਬਿਜ਼ਨਸ ਦੀ ਪ੍ਰੋਫਿਟ ਮੇਕਿੰਗ ਫਰਮ ਦੀ ਜਦੋਂ ਬੈਲੈਂਸ ਸ਼ੀਟ ਬਣਾਉਂਦੇ ਆ, ਤੁਸੀਂ +1 ਦੇ ਵਿੱਚ ਵੀ ਪੜ੍ਹੇ ਆ, ਤਾਂ ਆਪਾਂ ਉਹਦੇ ਵਿੱਚ ਇੱਕ ਸਾਈਡ ਲਾਇਬਿਲਿਟੀਜ਼ ਇੱਕ ਸਾਈਡ ਐਸੈਟਸ ਹੁੰਦੀਆਂ ਨੇ, ਤੇ ਉਹਦੇ ਵਿੱਚ ਆਪਾਂ ਪ੍ਰੋਫਿਟ ਹੈ ਜਿਹੜਾ ਉਹ ਕੈਪੀਟਲ ਦੇ ਵਿੱਚ ਐਡ ਕਰ ਦਿੰਦੇ ਆ। ਬਟ ਇੱਥੇ ਕੈਪੀਟਲ ਫੰਡ ਹੈ ਜਿਹੜਾ, ਕਿਉਂਕਿ ਇਹਨਾਂ ਦੀ ਜਿਹੜੀ ਕੈਪੀਟਲ ਹੈ ਉਹ ਕਿੱਥੋਂ ਬਣਦੀ ਹੈ ਫੰਡ ਤੋਂ, ਤੇ ਫੰਡ ਬਿਜ਼ਨਸ ਇਹਨਾਂ ਦੇ ਲਈ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਦੇ ਲਈ ਕੀ ਹੁੰਦੇ ਨੇ ਲਾਇਬਿਲਿਟੀ ਹੁੰਦੇ ਨੇ। ਸੋ ਲਾਇਬਿਲਿਟੀ ਸਾਈਡ ਤੇ ਆਪਾਂ ਲਿਖਾਂਗੇ ਜੀ ਕੈਪੀਟਲ ਫੰਡ ਔਰ ਜਨਰਲ ਫੰਡ, ਉਹਨੂੰ ਓਪਨਿੰਗ ਬੈਲੈਂਸ ਆਪਾਂ ਮੰਨਾਂਗੇ। ਠੀਕ ਹੈ, ਉਸ ਦੇ ਵਿੱਚ ਜੋ ਵੀ ਇਨਕਮ ਐਂਡ ਐਕਸਪੈਂਡੀਚਰ ਦੇ ਵਿੱਚ ਅਗਰ ਤੁਹਾਨੂੰ ਪ੍ਰੋਫਿਟ ਹੋਇਆ, ਸੌਰੀ अगर सरप्लस होया तो वो ऐड हो जाएगा, अगर डेफिसिट होया तो वो लैस हो जाएगा। सो ਇਹਦੀਆਂ ਜਿਹੜੀਆਂ बैलेंस शीट ਦੇ ਨੂਮੈਰੀਕਲ ਨੇ बेटा ਆਪਾਂ ਆਉਣ ਵਾਲੀਆਂ ਕਲਾਸਿਸ ਦੇ ਵਿੱਚ ਕੰਪਲੀਟ ਕਰਾਂਗੇ। ठीक है ना, सो कई बार जी है बेटा सानू दो बैलेंस शीट्स भी ने जिहड़ियां बनाउणियां पै जांदियां ने अकॉर्डिंग टू द रिक्वायरमेंट ऑफ द क्वेश्चन। ठीक है, लाइक ओपनिंग बैलेंस शीट भी बनती है, क्लोजिंग बैलेंस शीट भी बनती है। ठीक है जी, आ देखो तुहाडे सामने एक क्वेश्चन है बिल्कुल, बैलेंस शीट ऑफ एक्सीलेंट क्रिकेट क्लब एज ऑन मार्च 31st 2015, बैलेंस शीट ऑफ एक्सीलेंट क्लब ऑन एज ऑन मार्च 31 2014। ਹੁਣ ਦੋ बैलेंस शीट ਬਣਾਉਣ ਦਾ ਕੀ ਮਕਸਦ ਹੁੰਦਾ ਬੇਟਾ? ਇੱਥੇ ਇੱਥੇ ਇਹ ਤਾਂ ਇਹੀ ਮਕਸਦ ਹੁੰਦਾ ਹੈ ਕਿ ਕਈ ਵਾਰ ਜਿਹੜਾ ਹੈਗਾ ਸਾਡਾ ਕੁਐਸਚਨ ਹੈ ਉਹਦੇ ਵਿੱਚੋਂ ਸਾਨੂੰ ਕੈਪੀਟਲ ਫੰਡ ਕਿਤੇ ਨਹੀਂ ਮਿਲਦਾ। ਠੀਕ ਹੈ, ਸੋ ਸਾਨੂੰ बैलेंस शीट ਬਣਾਉਣ ਦੇ ਲਈ ਕੈਪੀਟਲ ਫੰਡ ਚਾਹੀਦਾ, ਤਾਂ ਫਿਰ ਆਪਾਂ ਲਾਸਟ ਈਅਰ ਦੀਆਂ ਜਿਹੜੀਆਂ ਆਈਟਮਸ ਨੇ ਉਹ बैलेंस शीट ਦੇ ਵਿੱਚ ਰੱਖ ਕੇ बैलेंस शीट ਦੇ ਵਿੱਚ ਪਾ ਕੇ ਐਸਟ ਔਰ ਲਾਇਬਿਲਿਟੀਜ਼ ਉਹਨਾਂ ਤੋਂ ਜਿਹੜੀ ਬੈਲੈਂਸਿੰਗ ਫਿਗਰ ਨਿਕਲੇਗੀ ਲਾਸਟ ਈਅਰ ਦੀ ਉਹ ਇਸ ਈਅਰ ਦੀ ਓਪਨਿੰਗ ਫਿਗਰ ਬਣ ਜਾਏਗੀ, ਔਰ ਉਹਨੂੰ ਆਪਾਂ ਫਿਰ ਕੈਪੀਟਲ ਫੰਡ ਦੇ ਤੌਰ ਤੇ ਲੈ ਲਵਾਂਗੇ ਤੇ ਉਸ ਦੇ ਵਿੱਚ ਸਰਪਲਸ ਨੂੰ ਐਡ ਕਰ ਦਾਂਗੇ। ਜੇ ਸਾਨੂੰ ਡੈਫੀਸਿਟ ਹੋਇਆ ਤਾਂ ਫਿਰ ਉਹ ਲੈਸ ਹੋ ਜਾਏਗਾ। ਗॉट इट? सो बिल्कुल सिंपल तरीका है, इतने ज़्यादा कोई नर्वस होने वाली सिस्टम नहीं है। जस्ट ये है कि बेटा तुहानू बहुत समझ के क्वेश्चन करने पैणगे ही। सो
ਸੋ ਬੇਟਾ ਇਸ ਦੇ ਨਾਲ ਦੇ ਜਿਹੜੇ ਵੀ ਕੁਐਸਚਨਸ ਨੇ ਆਪਾਂ ਨੈਕਸਟ ਕਲਾਸ ਦੇ ਵਿੱਚ ਸ਼ੁਰੂ ਕਰ ਦੇਣੇ ਨੇ, ਠੀਕ ਹੈ। ਇੱਕ ਤਾਂ ਮੈਨੂੰ ਪਤਾ ਹੈ ਕਿ ਸਾਰੇ ਬੱਚਿਆਂ ਨੂੰ ਸਬਸਕ੍ਰਿਪਸ਼ਨ ਦੇ ਜਿਹੜਾ ਸਿਸਟਮ ਹੈ ਉਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ, ਬਟ ਉਹ ਪ੍ਰੋਬਲਮ ਆਪਾਂ ਨਹੀਂ ਰੱਖਣੀ, ਉਹ ਬਿਲਕੁਲ ਸੋਲਵ ਕਰਨੀ ਹੈ, ਠੀਕ ਹੈ। ਕਿ ਸਬਸਕ੍ਰਿਪਸ਼ਨ ਦਾ ਟ੍ਰੀਟਮੈਂਟ ਕਿੱਦਾਂ ਕਰਨਾ ਹੁੰਦਾ, ਉਹ ਸਾਰਾ ਕੁਝ ਆਪਾਂ ਆਉਣ ਵਾਲੀ ਕਲਾਸਿਸ ਦੇ ਵਿੱਚ ਕਲੀਅਰ ਕਰਕੇ ਅੱਗੇ ਜਾਵਾਂਗੇ। ਗॉट इट ਬੱਚੇ?